सतगुरु जी ने उस वेले 52 ਦੇ 52 राजे 50 कलियां वाला चोला सी 50 कलियां उन्होंने एक एक करके फड़ लई ਤੇ 2 ਤਣੀਆਂ ਜਿਹੜੇ ਚੋਲਾ ਬੰਨਣ ਵਾਲੀਆਂ ਉਹ 2 ਰਾਜਿਆਂ ਨੂੰ ਫੜਾ ਦਿੱਤੀਆਂ ਤੇ 52 ਦੇ 52 ਰਾਜਿਆਂ ਨੂੰ ਲੈ ਕੇ ਸੱਚੇ ਪਾਤਸ਼ਾਹ ਬਾਹਰ ਨਿਕਲੇ ਹਨ। ਕਹਿੰਦੇ ਉਹਨਾਂ ਦੇ ਵਾਲ ਬੜੇ ਵਧੇ ਹੋਏ ਸਨ ਤੇ ਵਾਲਾਂ ਨੂੰ ਧੋਣ ਨਾ ਕਰਕੇ, ਕਿਉਂਕਿ ਉੱਥੇ ਜੇਲ੍ਹ ਦੇ ਵਿੱਚ ਅੱਜ ਕੱਲ੍ਹ ਤਾਂ ਫਿਰ ਵੀ ਜੇਲ੍ਹਾਂ ਵਿੱਚ ਨਹਾਉਣ ਧੋਣ ਦੀਆਂ ਸਹੂਲਤਾਂ ਖਾਣ ਪੀਣ ਦੀਆਂ ਅੱਗੇ ਨਾਲੋਂ ਬੜੀਆਂ ਠੀਕ ਹਨ। ਪੁਰਾਣੇ ਜ਼ਮਾਨੇ ਵਿੱਚ ਜੇਲ੍ਹ ਨੂੰ ਬਹੁਤ ਜ਼ਿਆਦਾ ਕਸ਼ਟਦਾਇਕ ਬਣਾਇਆ ਜਾਂਦਾ ਸੀ ਤਾਂ ਕਿ ਜਿਹੜਾ ਜੇਲ੍ਹ 'ਚ ਗਿਆ ਉਹਨੂੰ ਮਹਿਸੂਸ ਹੋਵੇ ਵੀ ਮੈਂ ਗਲਤੀ ਕੀਤੀ ਹੈ, ਮੈਂ ਅਪਰਾਧ ਕੀਤਾ, ਮੈਂ ਗੁਨਾਹ ਕੀਤਾ। ਸੋ ਜੇਲ੍ਹ ਤਾਂ ਜੇਲ੍ਹ ਹੈ, ਭਾਵੇਂ ਅੱਜ ਹੈ ਭਾਵੇਂ ਉਸ ਜ਼ਮਾਨੇ ਵਿੱਚ ਹੋਵੇ, ਪਰ ਉਸ ਜ਼ਮਾਨੇ ਵਿੱਚ ਅੱਜ ਨਾਲੋਂ ਕਸ਼ਟ ਵਧੇਰੇ ਹੁੰਦੇ ਸਨ। ਹਰ ਵੇਲੇ ਹੱਥ ਕੜੀ ਜਾਂ ਬੇੜੀ ਪਾ ਕੇ ਰੱਖਣਾ ਅਤੇ ਖਾਣ ਪੀਣ ਦੀਆਂ ਸਹੂਲਤਾਂ ਵੀ ਚੰਗੀਆਂ ਨਹੀਂ ਦੇਣੀਆਂ, ਨਹਾਉਣ ਧੋਣ ਦਾ ਵੀ ਸਿਸਟਮ ਮਾੜਾ ਸੀ। ਇਸ ਕਰਕੇ ਕੈਦੀਆਂ ਦੀ ਹਾਲਤ ਕਵੀ ਜੀ ਬਿਆਨ ਕਰ ਰਹੇ ਨੇ। 52 ਰਾਜਿਆਂ ਦੇ ਜੂੰਕ ਭਰੀ, ਸਿਰ 'ਤੇ ਜੂਆਂ ਪਈਆਂ ਹੋਈਆਂ ਹਨ, ਬਹੁ ਬਾਰ ਵਧੇ ਸਿਰ ਦੇ ਵਾਲ ਵਧੇ ਹੋਏ ਹਨ, ਰੁੱਖੇ ਵੱਡੇ ਨਾ ਲਹੀ ਚਕਨਾਈ, ਕੇਸ ਰੁੱਖੇ ਹਨ, ਕਈ ਸਾਲਾਂ ਤੋਂ ਸਿਰ ਨੂੰ ਤੇਲ ਲਾਉਣ ਦੇ ਵਾਸਤੇ ਨਹੀਂ ਮਿਲਿਆ, ਚੀਰਨ ਚੀਰ ਮਲੀਨ ਫਟੇ, ਕੱਪੜੇ ਪੁਰਾਣੇ ਹੋ ਕੇ ਫਟ ਗਏ ਹਨ। ਥਾਂ ਥਾਂ ਤੋਂ ਰਾਜਿਆਂ ਦੇ ਕੱਪੜੇ ਫਟੇ ਹੋਏ, ਬੋਦੇ ਪੁਰਾਣੇ ਹਨ, ਤਨ ਸਾਧਨ ਪੀ ਨਾ ਹੋਏ ਸਬਾਈ, ਇੰਨੇ ਪੁਰਾਣੇ ਬੋਦੇ ਪਾਟੇ ਕੱਪੜੇ ਰਾਜਿਆਂ ਦੇ ਕਿ ਚੰਗੀ ਤਰ੍ਹਾਂ ਉਹਨਾਂ ਦਾ ਸਰੀਰ ਵੀ ਢੱਕਿਆ ਨਹੀਂ ਜਾਂਦਾ। ਬੰਧਨ ਭਾਰ ਧਰੇ ਬਹੁ ਪਾਇਨ, ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਾਂ ਵਿੱਚ ਹੱਥ ਕੜੀਆਂ ਨੇ, ਗਲਾਂ ਵਿੱਚ ਲੋਹੇ ਦੇ ਤੋਕ ਕੜੇ ਪਾਏ ਹੋਏ ਨੇ। ਮੰਦ ਹੀ ਮੰਦ ਚੱਲਿਓ ਜਿਨ ਜਾਈ, ਉਹਨਾਂ ਕੜਿਆਂ ਕਰਕੇ ਬੇੜੀਆਂ ਕਰਕੇ ਤੇਜ਼ ਤੁਰ ਨਹੀਂ ਸਕਦੇ, ਹੌਲੇ ਹੌਲੇ ਤੁਰਦੇ ਹਨ, ਹੌਲੇ ਹੌਲੇ ਪੈਰ ਪੁੱਟਦੇ ਹਨ। ਸ਼੍ਰੀ ਹਰਗੋਬਿੰਦ ਧੀਰ ਬਿਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਧੀਰਜਵਾਨ ਸਤਿਗੁਰਾਂ ਤੋਂ ਬਿਨਾਂ ਕਹੋ ਕੌਣ ਕਰੈ ਦੁਖ ਤੇ ਛੁਟਕਾਈ। ਕਵੀ ਜੀ ਪੁੱਛਦੇ ਨੇ, ਦੱਸੋ ਕੌਣ ਹੈ ਕੋਈ ਇਹੋ ਜਿਹਾ ਜਿਹੜਾ ਇਹਨਾਂ ਨੂੰ ਛੁਡਕਾ ਲਵੇ? ਕੋਈ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾਂ ਦੱਸੋ ਜਿਹੜਾ ਇਹਨਾਂ 52 ਰਾਜਿਆਂ ਦਾ ਖਹਿੜਾ ਛੁਡਾ ਦਿੰਦਾ? ਕੋਈ ਨਹੀਂ ਸੀ ਛੁਡਾ ਸਕਦਾ। ਇਹਦਾ ਬੰਦੀ ਛੋੜ ਦਾਤੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਮਹਾਰਾਜ ਹੀ ਹਨ। ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ, ਸਾਧ ਸੰਗਤ ਜੀ, ਜਿਨ੍ਹਾਂ ਦਾ ਸਾਰੇ ਦੇਸ਼ਾਂ ਦਾ ਰਾਜ ਖੁੱਸ ਗਿਆ, ਰਿਆਸਤਾਂ ਖੁੱਸ ਗਈਆਂ, ਇਲਾਕੇ ਖੋਹ ਲਏ ਜਹਾਂਗੀਰ ਨੇ। ਸੁਤ ਭਰ ਜਾ ਆਦ ਹੈਤੂ ਨਹਿ ਪਾਸੀ, ਉਹਨਾਂ ਦੇ ਬੱਚੇ, ਉਹਨਾਂ ਦੀਆਂ ਘਰ ਵਾਲੀਆਂ, ਰਾਣੀਆਂ ਮਹਾਰਾਣੀਆਂ ਵਿਛੜ ਗਈਆਂ। ਕੋਈ ਸੱਜਣ ਮਿੱਤਰ ਦੋਸਤ ਪਾਸ ਨਹੀਂ ਰਿਹਾ। ਸਦਾ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਬਣਾ ਕੇ ਸਿੱਟ ਦਿੱਤੇ ਗਏ ਸਨ। ਦੀਹ ਮਹਾਦੁਰ ਗਿਓ ਬਡੋਦੜ, ਬੜਾ ਵੱਡਾ ਗਵਾਲੀਅਰ ਦਾ ਕਿਲਾ, ਬੜਾ ਮਜ਼ਬੂਤ ਕਿਲਾ, ਜਿਹਦੇ ਵਿੱਚੋਂ ਇਹਨਾਂ ਨੂੰ ਛੁਡਾਉਣ ਦੀ ਹਿੰਮਤ ਵੀ ਕੋਈ ਨਹੀਂ ਕਰ ਸਕਦਾ ਸੀ। ਜਾਏ ਨਾ ਕੋ ਗੱਡ ਮੈਂ ਬਲ ਰਾਸੀ, ਇਸ ਕਿਲੇ ਵਿੱਚ ਕੋਈ ਉੱਡ ਕੇ ਨਹੀਂ ਜਾ ਸਕਦਾ ਪੰਛੀ। ਇਸ ਕਿਲੇ ਦੇ ਆਲੇ ਦੁਆਲੇ ਸਖਤ ਪਹਿਰੇ ਲੱਗੇ ਰਹਿੰਦੇ ਸਨ। ਹੀਨ ਉਪਾਏ ਰਹੇ ਦੁਖ ਪਾਏ ਜੋ, ਕਹਿੰਦੇ ਇਸ ਕਿਲੇ ਦੇ ਵਿੱਚ ਬਿਨਾਂ ਉਪਾਅ ਦੇ ਬੇਵਸ ਹੋ ਕੇ ਵਿਚਾਰੇ ਰਾਜੇ ਦੁਖੀ ਹੋ ਰਹੇ ਸਨ। ਜੋ ਛੂਟਨ ਤੇ ਨਿਤ ਤਾਰ ਨਿਰਾਸੀ, ਤੇ ਸਦਾ ਲਈ ਇਹ ਆਸ ਲਾ ਦਿੱਤੀ ਸੀ ਵੀ ਅਸੀਂ ਕਦੀ ਛੁੱਟਾਂਗੇ। ਛੁੱਟਣ ਵੱਲੋਂ ਨਿਰਾਸ਼ ਹੋ ਚੁੱਕੇ ਸਨ, ਆਸ ਮੁੱਕ ਗਈ ਸੀ। ਹੁਣ ਤਾਂ ਇਹੀ ਨਜ਼ਰ ਆਉਂਦਾ ਸੀ ਸਾਰੀ ਜ਼ਿੰਦਗੀ ਇਸ ਕਿਲੇ 'ਚ ਰਹਿਣਾ ਹੈ, ਇਸੇ ਕਿਲੇ 'ਚ ਹੀ ਮਰਨਾ ਹੈ, ਇਸੇ ਕਿਲੇ 'ਚ ਹੀ ਸਾਡਾ ਸੰਸਕਾਰ ਹੋਵੇਗਾ। ਸਾਡਾ ਸਰੀਰ ਵੀ, ਸਾਡੀ ਲਾਸ਼ ਵੀ, ਮੁਰਦਾ ਡੈਡ ਬਾਡੀ ਵੀ ਬਾਹਰ ਨਹੀਂ ਜਾ ਸਕੇਗੀ। ਹਾਂਜੀ, ਸ਼੍ਰੀ ਹਰਗੋਬਿੰਦ ਧੀਰ ਬਿਨਾ, ਕਵੀ ਜੀ ਪੁੱਛਦੇ ਨੇ, ਦੱਸੋ ਗੁਰੂ ਹਰਗੋਬਿੰਦ ਸਾਹਿਬ ਵਰਗਾ ਕੋਈ ਹੈ ਦੁਨੀਆ ਤੇ? ਉਹਨਾਂ ਤੋਂ ਬਿਨਾਂ ਕੌਣ ਹੈ ਜਿਹੜਾ ਇਹਨਾਂ ਨੂੰ ਛੁਡਾ ਲੈਂਦਾ? ਹਾਂਜੀ, ਕਹੋ ਕੌਣ ਕਰੈ ਅਸ ਬੰਦ ਖਲਾਸੀ, ਦੱਸੋ ਖਾਂ ਕੌਣ ਹੈ ਜਿਹੜਾ ਇਹਨਾਂ ਦੀ ਇਸ ਤਰ੍ਹਾਂ ਬੰਦ ਖਲਾਸੀ ਕਰਾ ਲੈਂਦਾ, ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਆਪਣੇ 52 ਕਲੀਆਂ ਵਾਲੇ ਚੋਲੇ ਨਾਲ ਕਰਾ ਰਹੇ ਹਨ। ਦੇਸ਼ ਵਿਦੇਸ਼ਨ ਜੀਤ ਭਲੇ, ਉਹ ਜਹਾਂਗੀਰ ਬਾਦਸ਼ਾਹ
ਜਿਹਦਾ ਚੜ੍ਹਦੇ ਤੋਂ ਛਿਪਦੇ ਤੱਕ ਰਾਜ ਹੈ, ਦੇਸਾਂ ਵਿਦੇਸਾਂ ਨੂੰ ਜਿਸ ਨੇ ਜਿੱਤ ਲਿਆ ਹੈ। ਇੱਕ ਰਾਜ ਭਇਓ ਵੱਡ ਤੇਜ ਪ੍ਰਕਾਸ਼ੀ। ਚੁਗੱਤੇ ਮੁਗਲਾਂ ਦਾ ਰਾਜ ਇੱਕ ਛੱਤ ਰਾਜ ਹੋ ਗਿਆ ਹੈ। ਕਿੱਥੇ ਬੰਗਾਲ ਪੂਰਬ ਦੇ ਵਿੱਚ, ਤੇ ਕਿਤੇ ਪੱਛਮ ਦੇ ਵਿੱਚ ਕਾਬਲ ਕੰਧਾਰ, ਕਿਤੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ, ਤੇ ਦੱਖਣ ਦੇ ਵਿੱਚ ਕੰਨਿਆ ਕੁਮਾਰੀ ਤੱਕ ਵੱਡੇ ਵੱਡੇ ਰਾਜ, ਵੱਡੀਆਂ ਵੱਡੀਆਂ ਰਿਆਸਤਾਂ ਸਭ ਤਹਿਸ਼ ਨਹਿਸ਼ ਕਰ ਦਿੱਤੀਆਂ ਜਹਾਂਗੀਰ ਨੇ। ਨਾਹੇ ਰਹਿਓ ਅਵਨੀ ਤਲ ਕੋ ਅਸ। ਦੱਖਣ ਤੋਂ ਪੂਰਬ, ਦੱਖਣ ਪੂਰਬ ਉੱਤਰ ਪੱਛਮ ਸਾਰੇ ਇਲਾਕਿਆਂ ਵਿੱਚ ਇਹੋ ਜਿਹੀ ਕੋਈ ਰਿਆਸਤ ਨਹੀਂ ਰਹੀ ਜੋ ਰਣ ਠਾਨ ਕਰੈ ਬਲ ਨਾਸ਼ੀ, ਜਿਹੜੀ ਜਹਾਂਗੀਰ ਦੇ ਦਿੱਲੀ ਦਰਬਾਰ ਦਾ ਮੁਕਾਬਲਾ ਕਰ ਸਕੇ, ਜਿਹੜਾ ਕੋਈ ਸਾਹਮਣੇ ਉਭਾਸਰ ਸਕੇ, ਕੋਈ ਬੋਲ ਸਕੇ, ਕੋਈ ਖੰਘ ਵੀ ਸਕੇ। ਇਹਨਾਂ ਨਾਲ ਕੋਈ ਯੁੱਧ ਕਰਕੇ ਜਿੱਤ ਜਾਵੇ, ਕੋਈ ਉਮੀਦ ਨਹੀਂ ਰਹੀ। ਰਾਜਸਥਾਨ ਦੇ ਰਾਜਪੂਤ ਰਾਜੇ ਹਰਾ ਦਿੱਤੇ, ਦੱਖਣ ਦੇ ਮਰਾਠੇ ਹਰਾ ਦਿੱਤੇ, ਪਹਾੜੀ ਰਾਜਿਆਂ ਤੋਂ ਈਨਾ ਮਨਾ ਲਈਆਂ। ਬੰਗਾਲ, ਮਗਧ, ਬਿਹਾਰ ਸਾਰੇ ਇਲਾਕੇ ਫਤਿਹ ਕਰ ਲਏ। ਦੀਹ ਵਧਿਓ ਤੁਰਕੇਸ਼ ਪ੍ਰਤਾਪ। ਜਹਾਂਗੀਰ ਦਾ ਪ੍ਰਤਾਪ ਸਾਰੇ ਪਾਸੇ, ਅਫਗਾਨਿਸਤਾਨ ਤੱਕ ਉਹਦੇ ਰਾਜ ਦੀਆਂ ਹੱਦਾਂ ਹਨ। ਗਹਿ ਰਿਪਤਾਹਿ ਨ ਸ਼ੋਰਨ ਆਸੀ। ਕਹਿੰਦੇ ਕੋਈ ਦੁਸ਼ਮਣ ਉਹਦੇ ਸਾਹਮਣੇ ਖੰਘ ਨਹੀਂ ਸਕਦਾ। ਉਸ ਬਾਦਸ਼ਾਹ ਜਹਾਂਗੀਰ ਨੇ ਇਹ 52 ਰਾਜੇ ਕੈਦ ਕੀਤੇ ਸਨ। ਕੋਈ ਨਾ ਰਾਜਿਆਂ ਨੂੰ ਛੁਡਾ ਨਹੀਂ ਸੀ ਸਕਦਾ ਜਹਾਂਗੀਰ ਕੋਲੋਂ। ਸ਼੍ਰੀ ਹਰਗੋਬਿੰਦ ਤੀਰ ਬਿਨਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਤੋਂ ਬਿਨਾ। ਕਹੋ ਕੌਣ ਕਰੈ ਅਸ ਬੰਦ ਖਲਾਸੀ। ਦੱਸੋ ਕੌਣ ਹੈ ਜਿਹੜਾ ਇਹਨਾਂ ਦੀ ਬੰਦ ਖਲਾਸੀ ਕਰ ਦਿੰਦਾ? ਕੌਣ ਹੈ ਜੋ ਛੁਡਾ ਲੈਂਦਾ ਇਹਨਾਂ ਨੂੰ? ਦੋਹਰਾ ਪਰਵਾਰਤ ਖਸ ਫਸ ਮਹਾ। ਇਸ ਤਰ੍ਹਾਂ ਮਹਾਰਾਜ 52 ਰਾਜਿਆਂ ਨੂੰ ਨਾਲ ਲੈ ਕੇ ਤੁਰ ਪਏ ਨੇ, ਕਿਉਂਕਿ ਚੋਲੇ ਦੀਆਂ ਕਲੀਆਂ ਨਾਲ ਨਾਲ ਹੁੰਦੀਆਂ ਨੇ। 50 ਕਲੀਆਂ ਵਾਲਾ ਚੋਲਾ ਹੈ, 2 ਅੱਗੇ ਤਣੀਆਂ ਹਨ। ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਫੜੀ ਹੋਈ ਹੈ। ਇੱਕ ਦੂਜੀ ਦੇ ਨਾਲ ਫਸ ਫਸ ਕੇ ਤੁਰਦੇ ਹੌਲੇ ਹੌਲੇ। ਪੈਰਾਂ 'ਚ ਬੇੜੀਆਂ ਨੇ, ਅਜੇ ਬੇੜੀਆਂ ਖੁੱਲ੍ਹੀਆਂ ਨਹੀਂ। ਜਿੰਨਾ ਚਿਰ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਬੇੜੀਆਂ ਨਹੀਂ ਖੁੱਲ੍ਹ ਸਕਦੀਆਂ ਇਹਨਾਂ ਦੀਆਂ। ਜਿੰਨਾ ਚਿਰ ਅੰਦਰ ਰਹਿਣਾ ਬੇੜੀ ਲੱਗੀ ਰਹੇਗੀ। ਬੇੜੀਆਂ ਵੀ ਲੱਗੀਆਂ ਨੇ ਤੇ ਹੱਥਾਂ ਵਿੱਚ ਹੱਥ ਕੜੀਆਂ ਵੀ ਨੇ। ਬੜੀ ਮੁਸ਼ਕਲ ਨਾਲ ਚੋਲੇ ਦੀਆਂ ਕਲੀਆਂ ਘੁੱਟ ਕੇ ਫੜੀਆਂ ਹੋਈਆਂ ਨੇ। ਇੱਕ ਰਾਜੇ ਦੇ ਨਾਲ ਦੂਜਾ ਰਾਜਾ ਖਹਿ ਰਿਹਾ ਹੈ। ਖਸ ਖਸ ਕੇ ਖਹਿ ਖਹਿ ਕੇ ਆਪਸ ਵਿੱਚ ਤੁਰਦੇ ਨੇ ਹੌਲੇ ਹੌਲੇ। ਮਹਾਰਾਜ ਉਹਨਾਂ ਸਾਰਿਆਂ ਰਾਜਿਆਂ ਦੇ ਵਿਚਕਾਰ ਸੋਭਾ ਪਾ ਰਹੇ ਨੇ 6ਵੇਂ ਪਾਤਸ਼ਾਹ। ਹਾਂਜੀ, ਮਹੀਪਾਲ ਤਿਸ ਕਾਲ। 52 ਰਾਜੇ ਆਲੇ ਦੁਆਲੇ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਕੇ ਤੁਰੀ ਆਉਂਦੇ ਨੇ। ਦੁਰਗ ਪੌਰਨਿਕ ਸੇ ਗੁਰੂ। ਹੌਲੇ ਹੌਲੇ ਤੁਰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਨੇ। ਕੌਤਕ ਹੋਤ ਵਿਸਾਲ। ਬਾਹਰ ਬੜੇ ਵਾਜੇ ਗਾਜੇ ਵੱਜ ਰਹੇ ਨੇ। ਹਜ਼ਾਰਾਂ ਸੰਗਤਾਂ ਉਡੀਕ ਰਹੀਆਂ ਨੇ। ਜੈ ਜੈਕਾਰ ਹੋ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਜੈਕਾਰੇ ਲੱਗ ਰਹੇ ਨੇ। ਚੌਪਈ ਲੋਕ ਹਜ਼ਾਰਾਂ ਹੇਰਨ ਹੇਤ। ਹਜ਼ਾਰਾਂ ਲੋਕ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰਨ ਵਾਸਤੇ ਖੜੇ ਨੇ। ਮਿਲੇ ਆਏ ਹੋਏ ਸ਼ਿਗਰ ਸਮੇਤ। ਔਰ ਸਾਧ ਸੰਗਤ ਜੀ ਸਭ ਆ ਕੇ ਇਕੱਠੇ ਹੋ ਗਏ ਨੇ। ਜਿਨ੍ਹਾਂ ਨੂੰ ਪਤਾ ਲੱਗਾ ਵੀ ਅੱਜ ਗੁਰੂ ਜੀ ਬਾਹਰ ਆ ਰਹੇ ਨੇ, ਚਲੋ ਚੱਲ ਕੇ ਦਰਸ਼ਨ ਕਰੀਏ। ਭਈ ਦੂਰ ਲਗ ਪੰਗਤ ਖਰੀ। ਦੂਰ ਦੂਰ ਤਾਈਂ ਸੰਗਤਾਂ ਦੀਆਂ ਪੰਗਤਾਂ ਲੈਣਾ ਲੱਗੀਆਂ ਹੋਈਆਂ ਨੇ। ਸੱਜੇ ਪਾਸੇ ਵੀ ਸੜਕ ਤੇ ਸੰਗਤਾਂ ਖੜੀਆਂ ਨੇ, ਖੱਬੇ ਪਾਸੇ ਵੀ ਖੜੀਆਂ ਨੇ। ਹਾਂਜੀ, ਗੁਰ ਦਰਸ਼ਨ ਲੈ ਬੰਦਨ ਕਰੀ। ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਮੱਥਾ ਟੇਕਦੇ ਹਨ। ਉੱਚ ਰਹਿ ਜਸ ਮਹਾਂ ਤਿਸ ਕਾਲਾ। ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਧੰਨ 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 ਹੀ ਹੋ ਰਹੀ ਹੈ। ਹਾਂਜੀ, ਬੰਦ ਖਲਾਸੀ ਜਾਨ ਨਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਰਾਜਿਆਂ ਦੀ ਬੰਦ ਖਲਾਸੀ ਕਰਾਈ ਹੈ। ਤੁਮ ਬਿਨ ਕੌਣ ਕਰੇ ਅਸ ਕਾਜ। ਇਹ ਗੁਰੂ ਜੀ, ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਇਹੋ ਜਿਹਾ ਪਰਉਪਕਾਰ ਕਰ ਸਕਦਾ? ਬੰਦੀ ਛੋੜ ਸਤਿਗੁਰੂ, ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਿਆ ਲੀਣਾ। ਸਤਿਗੁਰੂ ਬੰਧਨ ਕੱਟਣ ਵਾਲੇ ਹਨ। ਬਿਰਧ ਸੰਭਾਰ ਗਰੀਬ ਨਿਵਾਜ। ਆਪਣੇ ਬਿਰਧ ਦੀ ਸੰਭਾਲ ਕੀਤੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ।
ਬਸਤਰ ਵਿਭੂਖਣ ਸ਼ਸਤਰ ਸਜੰਤੇ ਮਹਾਰਾਜ ਬਸਤਰ ਸ਼ਸਤਰ ਪਹਿਨੇ ਹੋਏ ਹਨ। ਡੀਲ ਵਿਸਾਲ ਚਲਤ ਦਤਵੰਤੇ ਬੜੇ ਸੁੰਦਰ ਸਰੂਪ ਛੇਵੇਂ ਪਾਤਸ਼ਾਹ, ਬੜੀ ਸੁੰਦਰ ਡੀਲ ਡੌਲ 52 ਰਾਜਿਆਂ ਵਿੱਚੋਂ ਸਭ ਤੋਂ ਉੱਚੇ ਲੰਮੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ। ਨਿਕਸ ਦੁਰਗ ਤੇ ਬਾਹਰ ਖਰੇ ਸਾਧ ਸੰਗਤ ਜੀ, ਮਹਾਰਾਜ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਹਨ ਅਤੇ ਬਾਹਰ ਆ ਖੜੇ ਹੋਏ ਹਨ। ਤਬ ਹੈ ਲੋਹਾਰ ਕਾਰਨ ਕਰੇ ਉਸ ਵੇਲੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਲੋਹਾਰਾਂ ਨੂੰ, ਲੋਹਾਰ ਆ ਗਏ ਹਨ। ਸਭ ਕੇ ਪਗ ਬੰਧਨ ਕਟਵਾਏ ਔਰ ਕਹਿੰਦੇ ਜਿਨ੍ਹਾਂ ਦੇ ਪੈਰਾਂ 'ਚ ਬੇੜੀਆਂ ਸਨ, ਹੱਥ ਕੜੀਆਂ ਸਨ, ਉਹ ਮਹਾਰਾਜ ਨੇ ਕਟਵਾ ਦਿੱਤੀਆਂ ਹਨ। ਹੋਏ ਨਿਰਬੰਧ ਮਹਿ ਪਹਰ ਖਾਏ ਕਹਿੰਦੇ ਸਾਰੇ ਕੈਦੀਆਂ ਦੀਆਂ ਹੱਥ ਕੜੀਆਂ ਬੇੜੀਆਂ ਕਟਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਮੁਕਤ ਕਰ ਦਿੱਤਾ, ਆਜ਼ਾਦ ਕਰ ਦਿੱਤਾ। ਜਦੋਂ ਰਾਜਿਆਂ ਦੇ ਬੰਧਨ ਕੱਟੇ ਗਏ, ਰਾਜੇ ਬੜੇ ਖੁਸ਼ ਹੋਏ ਹਨ। ਜਿਵੇਂ ਸਿੱਖਿਆ ਪਰ ਕਿਰਪਾ ਧਾਰੈ ਜਿਵੇਂ ਮਹਾਰਾਜ ਆਪਣੇ ਸਿੱਖਾਂ ਤੇ ਕਿਰਪਾ ਕਰਦੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਹਾਂਜੀ, ਕਰਮ ਬੰਧ ਤਤ ਛਿਨ ਕੱਟ ਡਾਰੈ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜਿਵੇਂ ਗਵਾਲੀਅਰ ਦੇ ਕਿਲੇ ਵਿੱਚੋਂ ਅੱਜ 52 ਰਾਜਿਆਂ ਦੇ ਬੰਧਨ ਕੱਟੇ ਨੇ, ਆਪਣੇ ਸਿੱਖਾਂ ਦੇ ਕਰਮਾਂ ਦੇ ਵੀ ਬੰਧਨ ਕੱਟ ਦਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਸਾਡੇ ਕਰਮਾਂ ਦੇ ਹੀ ਬੰਧਨ ਪਏ ਹੋਏ ਨੇ। ਜੀ ਕਾ ਬੰਧਨ ਕਰਮ ਵਿਆਪੈ। ਜੋ ਅਸੀਂ ਪਿਛਲੇ ਜਨਮਾਂ 'ਚ ਕੀਤਾ ਹੈ, ਜੋ ਅਸੀਂ ਇਸ ਜਨਮ 'ਚ ਕੀਤਾ ਹੈ, ਔਰ ਜੋ ਅਸੀਂ ਅੱਜ ਕਰ ਰਹੇ ਹਾਂ, ਜੋ ਅੱਗੇ ਕਰਾਂਗੇ, ਉਹ ਸਾਡੇ ਬੰਧਨ ਹਨ। ਕੀਤੇ ਹੋਏ ਕਰਮ ਭਾਵੇਂ ਉਹ ਚੰਗੇ ਹੋਣ, ਭਾਵੇਂ ਉਹ ਮਾੜੇ ਹੋਣ, ਬੰਧਨ ਬਣ ਕੇ ਪੈਂਦੇ ਹਨ ਜੀਵ ਨੂੰ। ਤੇ ਗੁਰੂ ਸਾਹਿਬ ਉਹਨਾਂ ਬੰਧਨਾਂ ਨੂੰ, ਕਰਮਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਹਨ। ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ। ਗੁਰੂ ਸਾਹਿਬ ਨੇ ਵੈਸੇ ਤਾਂ ਸਿੱਖਾਂ ਦੇ ਬੰਧਨ ਤਾਂ ਹਰ ਵੇਲੇ ਕੱਟਦੇ ਰਹਿੰਦੇ ਹਨ, ਉਹਨਾਂ ਨੂੰ ਆਜ਼ਾਦ ਕਰਦੇ ਹਨ, ਸਿੱਖਾਂ ਨੂੰ ਮੁਕਤ ਕਰਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਪਰ ਮਹਾਰਾਜ ਨੇ ਆਹ ਕੌਤਕ ਕਰਕੇ ਤਾਂ ਆਪਣੇ ਸਿੱਖਾਂ ਨੂੰ ਦ੍ਰਿਸ਼ਟਾਂਤ ਦਿਖਾਤਾ, ਦ੍ਰਿਸ਼ਟਾਂਤ ਦਿਖਾਤਾ ਪ੍ਰਤੱਖ। ਬਈ ਦੇਖੋ, ਇੱਦਾਂ ਅਸੀਂ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਹਾਂ ਜਿਵੇਂ ਆ 52 ਰਾਜਿਆਂ ਦੇ ਕੱਟੇ ਹਨ। ਹਾਂਜੀ, ਜੋ ਚਲ ਸਤਿਗੁਰ ਸ਼ਰਣੀ ਆਇਓ। ਜਿਹੜਾ ਵੀ ਚੱਲ ਕੇ ਗੁਰੂ ਕੀ ਸ਼ਰਨ ਆਇਆ ਹੈ, ਨਿਹਾਲ 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 ਹੋ ਗਿਆ ਹੈ। ਸੋ ਨਿਰਬੰਧਨ ਹੋਏ ਮੁਦ ਪਾਵੈ। ਕਹਿੰਦੇ ਉਹ ਸਾਰੇ ਪ੍ਰਸੰਨ ਹੋ ਗਏ, ਗੁਰੂ ਸਾਹਿਬ ਤੋਂ ਦਰਸ਼ਨ ਕਰਕੇ ਨਿਹਾਲ ਹੋ ਗਏ। ਜਿਹੜਾ ਵੀ ਆਇਆ ਦਰਸ਼ਨ ਕਰਕੇ ਨਿਹਾਲ ਹੋ ਗਿਆ। ਬਦਿਅਤ ਹੋਏ ਨਾ ਆਵੈ ਜਾਵੈ। ਬੇਟੇ ਪੜੀ ਬਦਿਅਤ ਹੋਏ ਨਾ ਆਵੈ ਜਾਵੈ। ਕਹਿੰਦੇ ਫਿਰ ਉਹਦਾ ਆਉਣ ਜਾਣ ਦਾ ਬੰਧਨ ਕੱਟਿਆ ਜਾਂਦਾ ਹੈ। ਦੇਖ ਕਿਰਪਾ ਨਿਧ ਕੀ ਵਡਿਆਈ। ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਸਾਗਰ, ਮਿਹਰਾਂ ਦੇ ਸਾਈਂ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਕੋਈ ਕਹਿ ਨਹੀਂ ਸਕਦਾ। ਅੱਜ ਉਹਨਾਂ ਦੀ ਸੋਭਾ ਪ੍ਰਤੱਖ ਹੋਈ ਹੈ ਜਦੋਂ ਸਤਿਗੁਰੂ ਬੰਦੀ ਛੋੜ 52 ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਹਨ। ਤਬ ਹਰਦਾਸ ਮੋਦ ਉਰ ਪਾਈ। ਉਹ ਜਿਹੜਾ ਜੇਲ੍ਹ ਦਾ ਦਰੋਗਾ ਸੀਗਾ, ਜਿਹਦਾ ਨਾਮ ਸੀ ਭਾਈ ਹਰਦਾਸ, ਗਵਾਲੀਅਰ ਦੇ ਕਿਲੇ ਦਾ ਦਰੋਗਾ, ਬੜਾ ਹੀ ਖੁਸ਼ ਹੋਇਆ, ਬੜਾ ਹੀ ਪ੍ਰਸੰਨ ਹੋਇਆ ਹੈ। ਰਹੋ ਸੰਗ ਮੈਂ ਨਾਹਿ ਨ ਤਿਆਗਾਂ। ਕਹਿਣ ਲੱਗਾ, ਗੁਰੂ ਜੀ ਹੁਣ ਮੈਨੂੰ ਵੀ ਨਾਲ ਲੈ ਕੇ ਚੱਲੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 52 ਰਾਜੇ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਹੀ ਆ ਵੀ ਸਾਨੂੰ ਨਾਲ ਲੈ ਚੱਲੋ। ਉਸ ਕਿਲੇ ਦਾ ਦਰੋਗਾ ਕਹਿੰਦਾ ਮੈਂ ਵੀ ਨਾਲ ਹੀ ਜਾਣਾ, ਮੈਂ ਵੀ ਹੁਣ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਨਹੀਂ ਛੱਡਣੀ। ਸਫਲ ਜਨਮ ਗੁਰ ਸੇਵਾ ਲਾਗਾਂ। ਮਹਾਰਾਜ ਤੁਹਾਡੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗਾ। ਫਾਦਰੀ ਚੰਦ ਹਰਦਾਸ ਹੇਰ ਕਰੁਣਾ ਨਿਦਾਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਹਰਦਾਸ ਨੇ ਬੇਨਤੀ ਕੀਤੀ। ਚਿਤ ਚਾਹਤ ਦਿਓ ਆਨੰਦ ਮਹਾਨ। ਕਹਿਣ ਲੱਗਾ, ਮਹਾਰਾਜ ਮੇਰਾ ਚਿੱਤ ਇਹੀ ਚਾਹੁੰਦਾ ਹੈ ਵੀ ਮੈਨੂੰ ਹੋਰ ਖੁਸ਼ੀਆਂ ਦਿਓ, ਆਪਣੀ ਸੰਗਤ ਬਖਸ਼ੋ, ਆਪਣੀ ਸੁਹਬਤ ਬਖਸ਼ੋ, ਆਪਣੇ ਚਰਨਾਂ 'ਚ ਥਾਂ ਬਖਸ਼ੋ। ਸੱਚੇ ਪਾਤਸ਼ਾਹ ਜੀ
ਮੈਨੂੰ ਆਪਣਾ ਦਾਸ ਬਣਾ ਕੇ ਰੱਖੋ। ਤਬ ਕਹਿਓ ਜਿਤਕ ਕੈਦੀ ਨਿਰਪਾਲ। ਮਹਾਰਾਜ ਕਹਿਣ ਲੱਗੇ ਬਈ ਇਸ ਤਰ੍ਹਾਂ ਕਰੋ, ਜਿਹੜੇ ਰਾਜੇ ਕੈਦੀ ਹਨ ਸਭ ਲੇਹੋ ਸੰਗ ਅਬ ਪੰਥ ਚਾਲ। ਹੇ ਭਾਈ ਹਰਦਾਸ ਜੀ, ਇਹਨਾਂ 52 ਰਾਜਿਆਂ ਨੂੰ ਤੁਸੀਂ ਨਾਲ ਲੈ ਲਓ ਤੇ ਤੁਸੀਂ ਹੌਲੇ ਹੌਲੇ ਚੱਲ ਕੇ ਦਿੱਲੀ ਆ ਜਾਓ। ਹਮ ਤੇ ਸੋ ਜਦੋਂ ਹੋਏ ਕਰ ਪਿਆਨ। ਅਸੀਂ ਹੁਣ ਛੇਤੀ ਜਾਣਾ ਹੈ, ਅਸੀਂ ਬਾਦਸ਼ਾਹ ਨੂੰ ਜਾ ਕੇ ਦਰਸ਼ਨ ਕਰ ਦੇਣੇ ਆ ਛੇਤੀ ਨਾਲ, ਕਿਉਂਕਿ ਉੱਥੇ ਗੁਰੂ ਸਾਹਿਬ ਨੇ ਜਾ ਕੇ ਦੁਸ਼ਟ ਚੰਦੂ ਨੂੰ ਉਹਦੇ ਕਰਮਾਂ ਦੀ ਸਜ਼ਾ ਦੇਣੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਸਾਨੂੰ ਤਾਂ ਹੁਣ ਛੇਤੀ ਜਾਣਾ ਪਵੇਗਾ, ਦਿੱਲੀ ਜਾਣਾ ਪਵੇਗਾ। ਭਾਈ ਹਰਦਾਸ ਤੂੰ ਇਸ ਤਰ੍ਹਾਂ ਕਰ, ਇਹਨਾਂ 52 ਰਾਜਿਆਂ ਨੂੰ ਨਾਲ ਲੈ ਕੇ ਹੌਲੇ ਹੌਲੇ 2-4 ਦਿਨ ਲੱਗਣਗੇ, ਤੂੰ ਵੀ ਦਿੱਲੀ ਆ ਜਾ। ਹਾਂਜੀ, ਨਿਰਪ ਸਨੇ ਸਨੇ ਚੱਲ ਹੈ ਮਹਾਨ। ਇਹ ਰਾਜੇ ਹੌਲੇ ਹੌਲੇ ਚੱਲਣਗੇ, ਕਿਉਂਕਿ ਵਿਚਾਰੇ ਕਿੰਨੇ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਹਨ, ਸਰੀਰ ਇਹਨਾਂ ਦੇ ਕਮਜ਼ੋਰ ਹਨ, ਇਹ ਸਫ਼ਰ ਛੇਤੀ ਨਹੀਂ ਮੁਕਾ ਸਕਦੇ ਤੇ ਇਹ ਤੇਰੇ ਨਾਲ ਆ ਜਾਣਗੇ। ਹਮ ਕਰਹਿ ਸ਼ੀਘਰਤਾ ਮਗ ਵਿਸਾਲ। ਅਸੀਂ ਹੁਣ ਛੇਤੀ ਨਾਲ ਜਾਣਾ, ਘੋੜੇ ਤੇ ਚੜ੍ਹ ਕੇ ਜਾਣਾ ਹੈ, ਜਿੰਨਾ ਛੇਤੀ ਹੋਵੇ ਅਸੀਂ ਗਵਾਲੀਅਰ ਤੋਂ ਦਿੱਲੀ ਪਹੁੰਚਣਾ, 1-2 ਦਿਨਾਂ 'ਚ ਅਸੀਂ ਪਹੁੰਚ ਜਾਵਾਂਗੇ। ਹਾਂਜੀ, ਔਰ ਸ਼ਾਹ ਪ੍ਰਤੀਖਤ ਬਿਤਿਆ ਕਾਲ। ਬਾਦਸ਼ਾਹ ਸਾਨੂੰ ਉਡੀਕ ਰਿਹਾ, ਬਹੁਤ ਸਮਾਂ ਹੋ ਗਿਆ। ਹਾਂਜੀ, ਇਮ ਕਹਿਓ ਪੁਨਹ ਕੀਨੋ ਪਿਆਨ। ਇਸ ਤਰ੍ਹਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਿਆਨਾ ਕੀਤਾ। ਚੜ੍ਹ ਕਰ ਤੋ ਰੰਗ ਮਹਾਨ। ਮਹਾਰਾਜ ਘੋੜੇ ਤੇ ਚੜ੍ਹ ਕੇ ਚੱਲ ਪਏ ਹਨ। ਤਬ ਖਾਂ ਵਜ਼ੀਰ ਨਿਜ ਸੰਗ ਲੀਨ। ਵਜ਼ੀਰ ਖਾਂ ਨੂੰ ਮਹਾਰਾਜ ਨੇ ਆਪਣੇ ਨਾਲ ਲੈ ਲਿਆ। ਮੁਖ ਕਰਤ ਵਾਰਤਾ ਗੁਰ ਪ੍ਰਬੀਨ। ਵਜ਼ੀਰ ਖਾਂ ਵੀ ਘੋੜੇ ਤੇ ਸਵਾਰ ਹੈ, ਮਹਾਰਾਜ ਘੋੜੇ ਤੇ ਸਵਾਰ, ਨਾਲ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਸਨੇ ਸਨੇ ਗਵਾਲੀਅਰ ਤੋਂ ਦਿੱਲੀ ਵੱਲ ਆ ਰਹੇ ਹਨ। ਸਭ ਸਿੱਖ ਆਦ ਜੇਠੇ ਆਨੰਦ। ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਆਦਿਕ ਸਿੱਖ ਬੜੇ ਖੁਸ਼ ਹਨ ਵੀ ਸਾਡੀ ਘਾਲਣਾ ਸਫਲੀ ਹੋ ਗਈ, ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਗਏ ਹਨ। ਹਾਂਜੀ, ਗਮਨੇ ਸੋਲਾਰ ਕੁਲ ਸੋਢ ਚੰਦ। ਸੋਢੀ ਕੁਲ ਦੀਪਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਇਹ 5 ਸਿੱਖ ਘੋੜਿਆਂ ਤੇ ਸਵਾਰ ਹੋ ਕੇ ਆ ਰਹੇ ਹਨ। ਤਰ ਸ਼ਸਤਰ ਸ਼ੁਭਤ ਜਿਮ ਮਹਿਦ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਬੱਬਰ ਸ਼ੇਰ ਵਰਗੇ ਹਨ, ਮੀਰੀ ਪੀਰੀ ਦੇ ਮਾਲਕ। ਸ਼ਸਤਰ ਦੋਵੇਂ ਪਾਸੇ ਮੀਰੀ ਪੀਰੀ ਦੀਆਂ ਤੇਗਾਂ, ਕਮਰ ਕਸੇ 'ਚ ਕਟਾਰ, ਬਿਸ਼ੂਆ, ਖੰਜਰ, ਬੁਗਦਾ ਤੇ ਸੀਸ ਦੇ ਉੱਤੇ ਕਲਗੀ ਤੋੜਾ ਜਿਗਾ ਸਜਾਏ ਹੋਏ, ਬਹੁਤ ਸ਼ੋਭਾ ਪਾਉਂਦੇ ਆ। ਬਾਦਸ਼ਾਹ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਬਲਿਹਾਰ ਜਾਤ ਸੰਤੋਖ ਸਿੰਘ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਤੋਂ, ਜਿਨ੍ਹਾਂ ਨੇ ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਾਇਆ ਲੀਣਾ। ਉਹ ਜੋ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਆਪਣੀ ਬਾਣੀ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਕਰ ਵਿਖਾਏ ਹਨ। ਇਹਨਾਂ ਰਾਜਿਆਂ ਦੇ ਬਾਰੇ ਸਾਧ ਸੰਗਤ ਜੀ ਕਾਨੂੰਨ ਬਣਿਆ ਹੋਇਆ ਸੀ, ਜੋ ਪੁਰਾਤਨ ਗ੍ਰੰਥ ਖੁਲਾਸਤੋ ਤਵਾਰੀਖ ਫਾਰਸੀ ਵਿੱਚ ਸੁਜਾਨ ਰਾਏ ਭੰਡਾਰੀ ਨੇ 1695 'ਚ ਲਿਖਿਆ ਹੈ। ਉਸ ਗ੍ਰੰਥ ਵਿੱਚ ਜ਼ਿਕਰ ਹੈ ਕਿ ਗਵਾਲੀਅਰ ਦਾ ਕਿਲਾ, ਕਿਉਂਕਿ ਉਸ ਗ੍ਰੰਥ ਵਿੱਚ ਤਵਾਰੀਖ ਦਾ ਖੁਲਾਸਾ ਹੈ, ਹਿੰਦੁਸਤਾਨ ਦੇ ਵੱਖਰੇ ਵੱਖਰੇ 22 ਸੂਬਿਆਂ ਬਾਰੇ ਜਾਣਕਾਰੀ ਹੈ। ਹਿੰਦੁਸਤਾਨ ਦੇ ਜਨਮੇਜੇ ਤੋਂ ਲੈ ਕੇ ਪ੍ਰਿਥਵੀ ਰਾਜ ਚੌਹਾਨ ਤੱਕ ਜਿੰਨੇ ਹਿੰਦੂ ਰਾਜੇ ਹੋਏ ਨੇ, ਖੱਤਰੀ ਰਾਜੇ ਹੋਏ ਨੇ, ਰਾਜਪੂਤ ਰਾਜੇ ਹੋਏ ਨੇ, ਉਹਨਾਂ ਸਾਰਿਆਂ ਦੀ ਹਿਸਟਰੀ ਹੈ। ਉਸ ਕਿਤਾਬ ਦੇ ਵਿੱਚ ਹਿੰਦੁਸਤਾਨ ਦੇ ਜਿੰਨੇ ਦਰਿਆ ਹਨ, ਗੰਗਾ, ਜਮਨਾ, ਸਰਸਵਤੀ, ਬ੍ਰਹਮਪੁੱਤਰ, ਨਰਮਦਾ, ਗੋਦਾਵਰੀ, ਪੰਜਾਬ ਦੇ ਰਾਵੀ, ਚੇਲਮ, ਚਨਾਬ, ਬਿਆਸ, ਸਤਲੁਜ, ਇਹਨਾਂ ਸਾਰਿਆਂ ਦਰਿਆਵਾਂ ਦਾ ਵੇਰਵਾ ਕਿੱਥੋਂ ਸ਼ੁਰੂ ਹੁੰਦੇ ਅਤੇ ਦਰਿਆ ਕਿੱਥੇ ਖਤਮ ਹੁੰਦੇ, ਉਸ ਗ੍ਰੰਥ ਦੇ ਵਿੱਚ ਹਿੰਦੁਸਤਾਨ ਦੇ ਕਿਲਿਆਂ ਦਾ ਵੀ ਜ਼ਿਕਰ ਹੈ। ਸਾਰੇ ਵੱਡੇ ਵੱਡੇ ਕਿਲੇ ਕਿਹੜੇ ਕਿਹੜੇ ਇਲਾਕੇ 'ਚ ਹਨ, ਕਿਹੜੇ ਕਿਹੜੇ ਕਿਲੇ ਹਨ, ਕਿਹਨਾਂ ਕਿਹਨਾਂ ਨੇ ਬਣਾਏ ਹਨ, ਕਿੰਨੇ ਪੁਰਾਣੇ ਹਨ, ਕਿੱਡੇ ਵੱਡੇ ਹਨ, ਕਿੰਨੀਆਂ ਫੌਜਾਂ ਰਹਿੰਦੀਆਂ ਹਨ, ਉਹ ਕਿਲੇ ਕਿਸ ਕੰਮ ਲਈ ਵਰਤੇ ਜਾਂਦੇ ਨੇ, ਇਹ ਵੀ ਜ਼ਿਕਰ ਹੈ। ਉਸ ਗ੍ਰੰਥ ਵਿੱਚ ਗਵਾਲੀਅਰ ਦੇ ਕਿਲੇ ਦਾ ਵੀ ਜ਼ਿਕਰ ਹੈ। ਅਤੇ ਗਵਾਲੀਅਰ ਦੇ ਕਿਲੇ ਬਾਰੇ ਲਿਖਿਆ ਹੈ
ਕਿ ਗਵਾਲੀਅਰ ਦਾ ਕਿਲ੍ਹਾ ਹਿੰਦੁਸਤਾਨ ਦੇ ਕਿਲ੍ਹਿਆਂ ਵਿੱਚੋਂ ਸਭ ਤੋਂ ਵੱਡਿਆਂ ਕਿਲ੍ਹਿਆਂ ਵਿੱਚ ਗਿਣਿਆ ਜਾਂਦਾ ਹੈ ਔਰ ਉਹਦਾ ਵਿਸ਼ੇਸ਼ ਸਥਾਨ ਇਹ ਹੈ ਵੀ ਉੱਥੇ ਰਾਜਸੀ ਕੈਦੀਆਂ ਦੀ ਜੇਲ੍ਹ ਹੈ। ਜਿਹੜੇ ਰਾਜਸੀ ਰਾਜਨੀਤਿਕ ਤੌਰ 'ਤੇ ਵੱਡੇ ਵੱਡੇ ਲੋਕ ਰਾਜੇ ਬਗਾਵਤ ਕਰਦੇ ਹਨ ਜਾਂ ਸਰਕਾਰ ਦੇ ਕਿਸੇ ਤਰ੍ਹਾਂ ਦੋਸ਼ੀ ਪਾਏ ਜਾਂਦੇ ਹਨ, ਰਾਜੇ ਮਹਾਰਾਜੇ ਖਾਨ ਬਹਾਦਰ ਨਵਾਬ, ਉਹਨਾਂ ਨੂੰ ਉੱਥੇ ਸਿੱਟਿਆ ਜਾਂਦਾ ਹੈ। ਉਹ ਵੀ ਉਹਨਾਂ ਨੂੰ ਸੁੱਟਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਜੇਲ੍ਹ ਦੇ ਅੰਦਰ ਹੀ ਮਰਨਾ ਹੋਵੇ, ਜਿਉਂਦੇ ਜੀ ਬਾਹਰ ਨਹੀਂ ਨਿਕਲ ਸਕਦੇ। ਸਾਰੀ ਉਮਰ ਉਸ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਰਹਿਣਗੇ, ਉੱਥੇ ਹੀ ਜੀਣਗੇ, ਉੱਥੇ ਹੀ ਮਰਨਗੇ ਅਤੇ ਉੱਥੇ ਹੀ ਉਹਨਾਂ ਦਾ ਸੰਸਕਾਰ ਹੋਵੇਗਾ। ਉਹਨਾਂ ਦਾ ਮੁਰਦਾ ਸਰੀਰ ਵੀ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਨਹੀਂ ਆਏਗਾ। ਇਹ ਕਾਨੂੰਨ ਬਣਿਆ ਹੋਇਆ। ਗਵਾਲੀਅਰ ਦੇ ਕਿਲ੍ਹੇ ਦਾ ਕਾਨੂੰਨ ਸਾਰੇ ਕਿਲ੍ਹਿਆਂ ਨਾਲੋਂ ਵੱਖਰਾ, ਇਸ ਜੇਲ੍ਹ ਦਾ ਲਾ ਸਾਰਿਆਂ ਨਾਲੋਂ ਵੱਖਰਾ। ਕੋਈ ਇਹ ਤੋਂ ਬਾਹਰ ਆ ਨਹੀਂ ਸੀ ਸਕਦਾ। ਬਲਿਹਾਰ ਜਾਈਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਤੋਂ 52 ਦੇ 52 ਰਾਜਿਆਂ ਨੂੰ ਸੱਚੇ ਪਾਤਸ਼ਾਹ ਲੈ ਆਏ ਅਤੇ ਆ ਤੁਰੇ ਆਉਂਦੇ ਆ ਦਿੱਲੀ ਵੱਲ। ਕਵੀ ਰਾਜ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਤੋਂ। ਅਬ ਰਾਸ ਚਤੁਰਥੀ ਪੂਰ ਕੀਨ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰਾਸ ਇੱਥੇ ਸਮਾਪਤ ਹੋ ਗਈ। ਸਾਧ ਸੰਗਤ ਜੀ, ਜੋ ਗ੍ਰੰਥ ਗੁਰ ਪ੍ਰਤਾਪ ਸੂਰਜ ਹੈ, ਇਹ ਕਵੀ ਜੀ ਨੇ ਰੂਪਕ ਅਲੰਕਾਰ ਦੇ ਹਿਸਾਬ ਨਾਲ ਬੜੇ ਸੁੰਦਰ ਢੰਗ ਨਾਲ ਇਹਦੀ ਰਚਨਾ ਕੀਤੀ ਹੈ। 12 ਰਾਸਾਂ, 6 ਰੁੱਤਾਂ, 2 ਐਨ, ਕਿਉਂਕਿ ਸੂਰਜ ਸਾਲ ਵਿੱਚ 12 ਰਾਸੀਆਂ ਦੀ ਯਾਤਰਾ ਕਰਦਾ ਹੈ। ਗ੍ਰੰਥ ਦਾ ਨਾਮ ਹੈ ਗੁਰ ਪ੍ਰਤਾਪ ਸੂਰਜ, ਯਾਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸੂਰਜ ਦੀ ਤਰ੍ਹਾਂ ਦਰਸਾਇਆ ਹੈ। ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਸੂਰਜ ਦੀ ਤਰ੍ਹਾਂ ਹੈ ਅਤੇ ਗੁਰੂ ਦਾ ਪ੍ਰਤਾਪ ਰੂਪੀ ਸੂਰਜ 12 ਰਾਸਾਂ ਵਿੱਚੋਂ, 6 ਰੁੱਤਾਂ ਵਿੱਚੋਂ ਅਤੇ 2 ਜਿਹੜੇ ਉਤਰਾਇਣ ਅਤੇ ਦਖਨਾਇਣ ਪੱਖ ਹਨ, ਉਹਨਾਂ ਵਿੱਚੋਂ ਹੋ ਕੇ ਸੰਸਾਰ ਦਾ ਭਲਾ ਕਰ ਰਿਹਾ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਅੱਜ ਚੌਥੀ ਰਾਸ ਸਮਾਪਤ ਹੋ ਗਈ ਹੈ। ਕਰ ਕਿਰਪਾ ਧਾਰ ਉਦਮ ਸੋ ਦੀਨ। ਗੁਰੂ ਜੀ ਨੇ ਕਿਰਪਾ ਕੀਤੀ, ਇਹ ਉਦਮ ਦਿੱਤਾ ਕਵੀ ਜੀ ਨੂੰ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਰਾਜ ਜੀ ਛੋਟੀ ਉਮਰ ਵਿੱਚ ਹੀ ਬੜੇ ਕਮਾਲ ਦੇ ਕਵੀ ਸਨ। ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਇੱਕੋ ਸਮੇਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ 2 ਰਤਨ ਭੇਜੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ। ਉਹ ਕਿਹੜੇ ਸਨ? ਇੱਕ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਦੂਸਰੇ ਸਨ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ। ਸ਼ੇਰੇ ਪੰਜਾਬ ਨੇ ਤਲਵਾਰ ਦੇ ਜ਼ੋਰ ਦਿਖਾਏ। ਖਾਲਸੇ ਦਾ ਰਾਜ ਤਿੱਬਤ ਤੋਂ ਲੈ ਕੇ, ਜੰਮੂ ਕਸ਼ਮੀਰ ਤੋਂ ਲੈ ਕੇ, ਪੰਜਾਬ ਤੋਂ ਲੈ ਕੇ ਸਿੰਧ ਬਲੋਚਿਸਤਾਨ 'ਤੇ ਜਾ ਕੇ ਕਾਬਲ ਦੀਆਂ ਕੰਧਾਂ ਤਾਈਂ ਕਾਇਮ ਕੀਤਾ। ਐਡਾ ਵੱਡਾ ਖਾਲਸਾ ਰਾਜ ਕਾਇਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਆਪਣੀਆਂ ਮਿਸਲਾਂ ਖਿੰਡੀਆਂ ਪੁੰਡੀਆਂ ਇਕੱਠੀਆਂ ਕੀਤੀਆਂ 12 ਅਤੇ ਖਾਲਸੇ ਦਾ ਰਾਜ ਕਾਇਮ ਕੀਤਾ। ਜੇ ਖਾਲਸੇ ਦਾ ਰਾਜ ਸ਼ੇਰੇ ਪੰਜਾਬ ਕਾਇਮ ਨਾ ਕਰਦੇ, ਸ਼ਾਇਦ ਇੰਨਾ ਪ੍ਰਚਾਰ, ਇੰਨਾ ਜਾਹੋ ਜਲਾਲ ਜਿਹੜਾ ਪੰਥ ਦਾ ਅੱਜ ਦੇਖਦੇ ਹਾਂ ਨਾ ਨਜ਼ਰ ਆਉਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ। ਖਾਲਸੇ ਦੀ ਤੇਗ ਦੇ ਜ਼ੋਰ ਨਾਲ ਫਰਾਂਸ ਅਤੇ ਇੰਗਲੈਂਡ ਦੀਆਂ ਸਰਕਾਰਾਂ ਵੀ ਝੁਕ ਗਈਆਂ ਸਨ। ਸੋ ਇਹ ਜਿਹੜਾ ਸ਼ੇਰੇ ਪੰਜਾਬ ਨੂੰ ਮਹਾਰਾਜ ਨੇ ਮਾਣ ਬਖਸ਼ਿਆ ਸੇਵਾ ਲਈ। ਜਿੱਥੇ ਭਾਈ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਤਲਵਾਰ ਨਾਲ ਸੇਵਾ ਕੀਤੀ, ਉੱਥੇ ਕਵੀ ਰਾਜ ਸੰਤੋਖ ਸਿੰਘ ਨੇ ਕਲਮ ਨਾਲ ਸੇਵਾ ਕੀਤੀ। ਕਲਮ ਕਿਰਪਾਨ ਇਹ ਦੋਵੇਂ ਵੱਡੀਆਂ ਤਾਕਤਾਂ ਹਨ। ਕਲਮ ਦੀ ਸੇਵਾ ਭਾਈ ਸੰਤੋਖ ਸਿੰਘ ਜੀ ਪਿੰਡ ਪਿੰਡ ਜਾ ਕੇ ਗੁਰੂ ਸਾਹਿਬਾਂ ਦਾ ਇਤਿਹਾਸ ਇਕੱਠਾ ਕੀਤਾ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਾਧ ਸੰਗਤ ਜੀ। ਇੱਕ ਛੋਟੀ ਜਿਹੀ ਐਪਲੀਕੇਸ਼ਨ ਲਿਖਣੀ ਹੋਵੇ ਨਾ, 7 ਵਕੀਲਾਂ ਨੂੰ ਪੁੱਛਦੇ ਫਿਰਦੇ ਆ ਅਤੇ ਫਿਰ ਵੀ ਜਾ ਕੇ ਲਿਖੀ ਨਹੀਂ ਜਾਂਦੀ ਇਹਨਾਂ ਲੋਕਾਂ ਕੋਲੋਂ। ਅਤੇ ਇਹ ਨਿੰਦਾ ਜੇ ਗੰਗਾ ਯਾਨੀ ਆਪ ਨਾ ਦੇਹ ਚਰੂ ਭਰ ਪਾਣੀ। ਮੈਨੂੰ ਕਈ ਵਾਰੀ ਕਹਿੰਦੇ ਆ ਇੱਥੇ ਵੀ ਕਈ ਪ੍ਰੇਮੀ, ਇਹ ਗੁਰਪ੍ਰਤਾਪ ਦੀ ਕਥਾ ਬੰਦ ਕਰ ਦਿਓ। ਮੈਂ ਕਿਹਾ ਕਰ ਦਿੰਦੇ ਹਾਂ, ਸਾਨੂੰ ਗ੍ਰੰਥ ਹੋਰ ਲਿਆ ਦਿਓ, ਉਹਦੀ ਕਰ ਦਿਆਂਗੇ, ਸਾਨੂੰ ਕੀ ਕਥਾ ਹੀ ਕਰਨੀ ਹੈ। ਪਰ ਹੋਵੇ ਤਾਂ ਸਹੀ ਕੁਝ ਪੱਲੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਦੇਣ ਸਾਧ ਸੰਗਤ ਜੀ ਅਸੀਂ 100 ਜਨਮਾਂ 'ਚ ਨਹੀਂ ਦੇ ਸਕਦੇ। ਨਿੰਦਾ ਕਰਨੀ ਬੜੀ ਸੌਖੀ ਹੈ। ਅਤੇ ਇਹ ਨਿੰਦਾ ਜੇ ਗੰਗਾ ਯਾਨੀ ਪਿੰਡ ਪਿੰਡ ਜਾ ਕੇ ਗੁਰੂਆਂ ਦਾ ਇਤਿਹਾਸ ਭਾਈ ਸਾਹਿਬ ਲਿਖਦੇ ਨੇ। ਸ੍ਰੀ ਗੁਰ ਕੋ ਇਤਿਹਾਸ ਜਗਤ ਮੈਂ
ਰਲ ਮਿਲ ਰਹਿਓ ਨਾ ਸਭ ਥਲ ਇੱਕ ਥਲ ਮੈਂ। ਕਹਿੰਦੇ ਗੁਰੂ ਸਾਹਿਬ ਦਾ ਇਤਿਹਾਸ ਖਿੰਡਿਆ ਪੁੰਡਿਆ ਸੀ। ਕੁਝ ਇਤਿਹਾਸ ਪਟਨੇ ਦੇ ਵਾਸੀਆਂ ਨੂੰ ਯਾਦ ਸੀ ਅਤੇ ਕੁਝ ਇਤਿਹਾਸ ਨਨਕਾਣੇ ਦੇ ਵਾਸੀਆਂ ਨੂੰ ਯਾਦ ਸੀ। ਕੁਝ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਸੀ, ਕੁਝ ਹਜ਼ੂਰ ਸਾਹਿਬ ਰਹਿਣ ਵਾਲਿਆਂ ਨੂੰ ਪਤਾ ਸੀ। ਸਾਰਾ ਇੱਕ ਥਾਂ 'ਤੇ ਮਿਲਦਾ ਹੀ ਨਹੀਂ ਸੀ। ਕਵੀ ਜੀ ਤੋਂ ਪਹਿਲਾਂ ਦੱਸੋ ਕਿਹੜਾ ਗ੍ਰੰਥ ਹੈ ਜੋ ਸਾਰਾ ਇਤਿਹਾਸ ਇੱਕ ਥਾਂ 'ਤੇ ਇਕੱਠਾ ਮਿਲ ਜੇ? ਕੋਈ ਨਹੀਂ। ਲਿਖਿਆ ਜ਼ਰੂਰ ਹੈ ਮਹਾਂਪੁਰਸ਼ਾਂ ਨੇ, ਮਹਿਮਾ ਪ੍ਰਕਾਸ਼ ਵਾਲਿਆਂ ਨੇ, ਗੁਰਬਿਲਾਸ ਵਾਲਿਆਂ ਨੇ, ਜਨਮ ਸਾਖੀ ਵਾਲਿਆਂ ਨੇ, ਪਰ ਥੋੜ੍ਹਾ ਥੋੜ੍ਹਾ ਹੈ। ਇਕੱਠਾ ਇੱਕ ਥਾਂ 'ਤੇ ਖਜ਼ਾਨਾ ਇਕੱਠਾ ਕਰਨਾ, ਇਹ ਮਾਣ ਕਵੀ ਜੀ ਨੂੰ ਪ੍ਰਾਪਤ ਹੋਇਆ। ਸਾਰੇ ਸੰਸਾਰ ਦੇ ਵਿੱਚ ਕਵੀ ਜੀ ਅਗਲੀ ਮਿਸਾਲ ਦਿੰਦੇ ਆ। ਉਹ ਕਹਿੰਦੇ ਜਿਵੇਂ ਸਿੱਕਤਾ ਕੰਚਨ ਰਲ ਰਿਹਾ, ਰੇਤ ਦੇ ਵਿੱਚ ਸੋਨਾ, ਉਹ ਜਦੋਂ ਸੁਨਿਆਰੇ ਕੰਮ ਕਰਦੇ ਆ ਨਾ, ਨਿੱਕੇ ਨਿੱਕੇ ਬਰੀਕ ਕਣ ਜਿਹੜੇ ਨੇ ਟੁੱਟ ਟੁੱਟ ਕੇ ਉਹਦਾ ਮਿੱਟੀ 'ਚ ਰੇਤ 'ਚ ਰਲ ਜਾਂਦੇ ਨੇ। ਉਹ ਜਿਹੜਾ ਸੁਨਿਆਰੇ ਦੀ ਦੁਕਾਨ ਦਾ ਕੂੜਾ ਹੁੰਦਾ ਨਾ, ਉਹ ਸਾਰਾ ਸੁਨਿਆਰਾ ਇਕੱਠਾ ਕਰਕੇ ਇੱਕ ਬਾਲਟੀ 'ਚ ਪਾ ਕੇ ਰੱਖਦਾ। ਸਾਲ ਪਿੱਛੋਂ ਨਿਲਾਮ ਹੁੰਦਾ, ਉਹਦੇ ਵਿੱਚੋਂ ਡਾਂਵਲਾ ਕਹਿੰਦੇ ਨੇ, ਜਿਹੜਾ ਉਹਦੇ ਵਿੱਚੋਂ ਉਹ ਰੇਤ ਵਿੱਚੋਂ ਸੋਨਾ ਕੱਢ ਲੈਂਦਾ। ਚੰਡੀ ਦੀ ਵਾਰ 'ਚ ਆਉਂਦਾ ਨਾ, ਰੇਤ ਵਿੱਚੋਂ ਸੋਨਾ ਡਾਵਲੇ, ਉਹ ਡਾਵਲਾ ਕੱਢ ਲੈਂਦਾ ਅਤੇ ਉਹ ਡਾਵਲਾ ਫਿਰ ਉਹਦੀ ਡਲੀ ਬਣਾ ਲੈਂਦਾ। ਕਵੀ ਜੀ ਨੇ ਥਾਂ ਥਾਂ 'ਤੇ ਜਾ ਕੇ ਨਾ ਗੁਰੂ ਸਾਹਿਬਾਂ ਦਾ ਇਤਿਹਾਸ ਇਕੱਠਾ ਕਰ ਕਰਕੇ ਅਤੇ ਆਹ ਡਲੀ ਬਣਾ ਕੇ ਸੋਨੇ ਦਾ ਬਿਸਕੁਟ, ਜਿਹਦਾ ਨਾਮ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਖਾਲਸਾ ਜੀ। ਇਸ ਗ੍ਰੰਥ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਸੋਮਾ ਨਹੀਂ। ਜਿਨ੍ਹਾਂ ਨੇ ਵੀ ਲਿਖਿਆ ਇਹਨੂੰ ਵੇਖ ਕੇ ਲਿਖਿਆ। ਜੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਗੁਰੂ ਨਾਨਕ ਚਮਤਕਾਰ, ਅਸ਼ਟਗੁਰ ਚਮਤਕਾਰ ਜਾਂ ਕਲਗੀਧਰ ਚਮਤਕਾਰ, ਉਹਨਾਂ ਦੀ ਬੜੀ ਵੱਡੀ ਦੇਣ ਹੈ ਭਾਈ ਸਾਹਿਬ ਵੀਰ ਸਿੰਘ ਜੀ ਦੀ। ਉਹ ਵੀ ਭਾਈ ਸੰਤੋਖ ਸਿੰਘ ਜੀ ਦੇ ਨਾਲ ਹੀ ਤੁਰੇ ਹੈ। ਇਹਨਾਂ ਨੂੰ ਵੇਖ ਕੇ ਲਿਖਿਆ। ਜੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ, ਉਹਨਾਂ ਨੇ ਵੀ ਸਤਿਗੁਰੂ ਜੀ ਦਾ ਇਤਿਹਾਸ ਇਸੇ ਗ੍ਰੰਥ ਦੇ ਆਧਾਰ 'ਤੇ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਪਹਿਲਾ ਅਤੇ ਦੂਜਾ ਭਾਗ ਲਿਖਿਆ, ਉਹ ਵੀ ਇਸੇ ਗ੍ਰੰਥ ਦੇ ਆਧਾਰ 'ਤੇ ਲਿਖਿਆ। ਫਿਰ ਪ੍ਰੋਫੈਸਰ ਸਾਹਿਬ ਸਿੰਘ ਜੀ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਉਹਨਾਂ ਨੇ ਵੀ 10 ਪਾਤਸ਼ਾਹੀ ਦਾ ਇਤਿਹਾਸ ਲਿਖਿਆ, ਉਹ ਵੀ ਗੁਰਪ੍ਰਤਾਪ ਸੂਰਜ ਨੂੰ ਵੇਖ ਕੇ ਹੀ ਲਿਖਿਆ। ਕਹਿਣ ਦਾ ਮਤਲਬ ਹੈ ਵੀ ਜਿੰਨਾ ਵੀ ਸਾਡੇ ਕੋਲ ਅੱਜ ਇਤਿਹਾਸ ਲਿਖਿਆ, ਥੋੜ੍ਹਾ ਵੱਡਾ ਛੋਟਾ, ਵਾਰਤਕ ਜਾਂ ਕਵਿਤਾ 'ਚ ਜਿੱਦਾਂ ਵੀ ਹੈ, ਉਹਦਾ ਮੁੱਖ ਸੋਮਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਸੋ ਇਸ ਗ੍ਰੰਥ ਨੂੰ ਆਪਾਂ ਨਿੰਦ ਤਾਂ ਦਿੰਦੇ ਹਾਂ, ਪਰ ਇਹ ਕਿੰਨੀ ਮਿਹਨਤ ਨਾਲ ਬਣਿਆ। ਇਹਦੀਆਂ ਐਡੀਆਂ 14 ਜਿਲਦਾਂ ਨੇ, 14 ਵੋਲੀਅਮ ਨੇ। ਅੱਜ ਕੱਲ੍ਹ ਵੀ ਕਈ ਕਵੀ ਕਵਿਤਾ ਲਿਖਦੇ ਨੇ, ਅਤੇ ਉਹ ਜਿਹੜੇ ਪ੍ਰਕਾਸ਼ਕ ਨੇ ਨਾ, ਛਾਪਣ ਵਾਲੇ, ਉਹਨਾਂ ਨਾਲ ਲਿਖਤ ਪੜ੍ਹਤ ਕਰਦੇ ਨੇ। ਕੀ ਲਿਖਤ ਪੜ੍ਹਤ ਕਰਦੇ ਨੇ? ਕੋਰਟ ਕਚਹਿਰੀ 'ਚ ਜਾ ਕੇ ਵੀ ਜਿੰਨਾ ਚਿਰ ਮੈਂ ਜਿਉਂਦਾ ਜਾਂ ਇਹ ਕਿਤਾਬ ਛਪਦੀ ਰਹੇਗੀ, ਇਹਦੀ ਰਿਐਲਿਟੀ ਮੇਰੇ ਪੁੱਤਰ ਪੋਤਰਿਆਂ ਪੜਪੋਤਿਆਂ ਨੂੰ ਮਿਲਦੀ ਰਹਿਣੀ ਚਾਹੀਦੀ ਹੈ। ਲੱਖਾਂ ਕਰੋੜਾਂ ਰੁਪਈਆ ਉਹ ਪਰਿਵਾਰ ਉਹਨਾਂ ਕਿਤਾਬਾਂ ਤੋਂ ਕਮਾਉਂਦੇ ਨੇ। ਕਵੀ ਜੀ ਨੇ ਐਡਾ ਵੱਡਾ ਖਜ਼ਾਨਾ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸਾ ਕਰਾਇਆ ਕਿ ਦਾਸ ਨੇ, ਗੁਰੂ ਰਾਮਦਾਸ ਤੇਰੀ ਕਿਰਪਾ ਨਾਲ ਇਹ ਸੇਵਾ ਨਿਭਾਈ, ਤੁਸੀਂ ਕਰਾਈ ਹੈ। ਜਿੰਨੇ ਔਗਣ ਨੇ ਮੇਰੇ ਨੇ, ਜਿੰਨੇ ਗੁਣ ਨੇ ਉਹ ਪੰਥ ਗੁਰੂ ਖਾਲਸੇ ਦੇ ਨੇ, ਗੁਰੂ ਦੇ ਨੇ। ਇਹ ਗੁਰੂ ਦੀ ਚੀਜ਼ ਮੈਂ ਗੁਰੂ ਪੰਥ ਨੂੰ ਦੇ ਰਿਹਾ। ਮੇਰੀ ਸੇਵਾ ਪ੍ਰਵਾਨ ਕਰ ਲੈਣੀ, ਇਹਦੇ ਬਦਲੇ 'ਚ ਮੈਨੂੰ ਸਿੱਖੀ ਦੀ ਦਾਤ ਬਖਸ਼ਣੀ। ਸਿੱਖੀ ਮੰਗੀ। ਅਤੇ ਸਾਧ ਸੰਗਤ ਜੀ, ਜੇ ਕਵੀ ਜੀ ਵੀ ਰਿਐਲਿਟੀ ਮੰਗਣ ਨਾ, ਅਤੇ ਸਾਰੀ ਦੁਨੀਆ ਰਿਐਲਿਟੀ ਨਹੀਂ ਦੇ ਸਕਦੀ ਇੱਕ ਅੱਖਰ ਦੀ ਵੀ। ਇਹੋ ਜਿਹਾ ਮਹਾਨ ਗ੍ਰੰਥ ਅੱਜ ਇਹਦੀ 4ਥੀ ਰਾਸ ਸੰਪੂਰਨ ਹੋ ਰਹੀ ਹੈ। ਕਵੀ ਜੀ ਕਹਿ ਰਹੇ ਨੇ, ਅਬ ਰਾਸ ਚਤੁਰਥੀ ਪੂਰ ਕੀਨ, ਗੁਰ ਕਿਰਪਾ ਧਾਰ ਉਦਮ ਸੋ ਦੀਨ। ਇਹ ਉਦਮ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਤੋਂ ਸੇਵਾ ਕਰਾਈ ਹੈ। ਹਾਂਜੀ, ਸੁੰਦਰ ਬਿਲਾਸ ਕੀਨੇ ਪ੍ਰਕਾਸ਼। ਸਤਿਗੁਰਾਂ ਦੇ ਸੋਹਣੇ ਸੋਹਣੇ ਬਿਲਾਸ, ਸੋਹਣੀ ਸੋਹਣੀ ਕਥਾ ਸਤਿਗੁਰਾਂ ਦੀ ਵਰਣਨ ਕੀਤੀ, ਕਰਾਈ ਗੁਰੂ ਸਾਹਿਬ ਨੇ। ਹਾਂਜੀ, ਜਿਸ ਪਠਤ ਸੁਨਤ ਸਭ ਪਾਪ ਨਾਸ਼। ਇਸ ਕਥਾ ਨੂੰ ਪੜ੍ਹਨ ਤੇ ਸੁਣਨ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ। ਪ੍ਰੋਫੈਸਰ ਪੂਰਨ ਸਿੰਘ ਜੀ ਬੜੇ ਮਹਾਨ ਵਿਦਵਾਨ ਹੋਏ ਨੇ। ਉਹਨਾਂ ਨੇ ਵੀ ਗੁਰਪ੍ਰਤਾਪ ਸੂਰਜ ਦੀ ਕਥਾ ਬਾਰੇ ਬੜੇ ਸੁੰਦਰ ਬਚਨ ਕਹੇ ਨੇ। ਉਹ ਕਹਿੰਦੇ ਨੇ, ਕਈ ਜਾਂਦੇ ਆ ਵੀ ਭੰਗ ਪੀਣ ਵਾਲੇ ਕਵੀ ਨੇ ਲਿਖ ਦਿੱਤਾ ਭੰਗ ਦੀ ਲੋਰ ਵਿੱਚ। ਉਹ ਕਹਿੰਦੇ ਤੁਸੀਂ ਉੱਥੇ ਪਹੁੰਚ ਹੀ ਨਹੀਂ ਸਕਦੇ ਜਿਹੜੇ ਜਗ੍ਹਾ 'ਤੇ ਕਵੀ ਸੰਤੋਖ ਸਿੰਘ ਪਹੁੰਚਿਆ। ਉਹ ਕਹਿੰਦੇ ਧਿਆਨੀ, ਇਹ ਧਿਆਨ ਵਿੱਚੋਂ ਪੈਦਾ ਹੋਈ ਹੈ ਕਵਿਤਾ, ਇਹ ਕਥਾ। ਉੱਦਾਂ ਸੁੱਕੀਆਂ ਖੁਸ਼ਕ ਗੱਲਾਂ ਕਹਾਣੀਆਂ ਸੁਣਾਉਣੀਆਂ ਹੋਰ ਗੱਲ ਹੈ, ਜਿੱਥੇ ਪਿਆਰ, ਭਗਤੀ, ਨਾਮ ਰਸ, ਅੰਦਰ ਦਾ ਸੋਹਜ ਪ੍ਰਗਟ ਹੋਇਆ ਹੋਵੇ, ਗੁਰੂ ਦੇ ਪਿਆਰ ਦੇ ਚਸ਼ਮੇ ਫੁੱਟੇ ਹੋਣ,
ਉਹ ਕਵਿਤਾ ਕਵੀਰਾਜ ਸੰਤੋਖ ਸਿੰਘ ਦੀ ਹੈ। ਸੋ ਅੱਜ ਪੂਰਨ ਹੋ ਰਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਅਗਲੀ ਕਥਾ ਵੀ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ